ਇਹਨਾਂ ਨੇ 2.5 ਸਾਲਾਂ ਦੇ ਬਾਅਦ ਵਸਾ ਕੇ ਫਾਇਰਿੰਗ ਕਰਕੇ ਮਾਰ ਦਿੱਤਾ ਉਹਨਾਂ ਨੂੰ। ਮੇਰੇ ਮੀਆਂ ਨੂੰ ਵੀ ਮੇਰੇ ਬੇਟੇ ਨੂੰ ਵੀ ਇੰਨੇ ਕੁ ਫਾਇਰ ਮਾਰੇ ਨੇ ਕਿ ਸੋਚ ਹੀ ਨਹੀਂ ਹੈ। ਵਜ਼ੀਰ ਆਲਾ ਦੇ ਅੱਗੇ ਮੇਰੀ ਅਪੀਲ ਹੈ, ਮੈਨੂੰ ਇਨਸਾਫ ਦਿਲਾਇਆ ਜਾਏ। ਮੇਰੇ ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਕੈਫਰੇ ਕਰਦਾਰ ਤੱਕ ਪਹੁੰਚਾਇਆ ਜਾਏ। ਮੇਰਾ ਕੋਈ ਨਹੀਂ ਹੈ। ਜਿਹੜੇ ਮੇਰੇ ਪਿੱਛੇ ਕਮਾਉਣ ਵਾਲੇ ਸੀ, ਮੇਰੇ ਪਿੱਛੇ ਜਾਣ ਵਾਲੇ ਸੀ, ਉਹ ਸਾਰੇ ਖਤਮ ਕਰ ਗਏ ਨੇ। ਹਰ ਚੀਜ਼ ਮੇਰੀ ਖਤਮ ਕਰ ਗਏ ਨੇ। ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜਿਹੜੇ ਮੇਰੇ 2 ਨਮਾਸੇ ਨੇ ਅਸੀਂ ਇਹ ਵੀ ਕਤਲ ਕਰ ਦੇਣੇ ਨੇ। ਅਸੀਂ ਮਾਂ ਵੀ ਨਹੀਂ ਰਹਿਣ ਦੇਣੀ, ਅਸੀਂ ਬੱਚੇ ਵੀ ਨਹੀਂ ਰਹਿਣ ਦੇਣੇ। ਮੇਰੇ ਬੇਟੇ ਨੇ ਕਿਹਾ ਮੈਂ ਆਪਣੀ ਭੈਣ ਨੂੰ ਮਿਲਣ ਆਇਆ। ਉਹਨੇ ਕਿਹਾ ਚੁੱਕ ਭੈਣ ਵੀ ਤੇ ਨਿਕਲ ਜਾ ਇੱਥੋਂ। ਐਡੀਆਂ ਗੰਦੀਆਂ ਗਾਲਾਂ ਕੱਢੀਆਂ ਨੇ। ਮੈਂ ਸਾਹਮਣੇ ਹੋਈਆਂ, ਮੈਨੂੰ ਬਾਲਾਂ ਤੋਂ ਫੜ ਕੇ ਜ਼ਮੀਨ ਤੇ ਮੈਨੂੰ ਘਸੀਟਿਆ। ਉਹਨਾਂ ਨੇ ਗੇਟ ਨੂੰ ਤਾਲਾ ਲਾ ਲਿਆ। ਕੋਈ ਸਮਝ ਨਹੀਂ ਆਈ ਉੱਥੇ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਉਹ ਜਿਹੜਾ ਮਰਨ ਵਾਲਾ ਸੀ ਉਹਨੂੰ ਇਹਨਾਂ ਨੇ ਫੋਨ ਕਰਕੇ ਸੱਦਿਆ। ਅੱਲਾ ਆਲਮ ਹੈ ਕਿੰਨੇ ਛੁਰੀਆਂ ਨੂੰ ਮਾਰੀਆਂ ਨੇ, ਇਹਨਾਂ ਨੇ ਹੀ ਮਾਰੀਆਂ ਨੇ। ਝੂਠਾ ਇਲਜ਼ਾਮ ਮੇਰੇ ਪੁੱਤਰ ਤੇ ਲਾ ਕੇ ਸਾਨੂੰ ਸਭ ਨੂੰ ਜੇਲ੍ਹ ਭੇਜ ਦਿੱਤਾ ਹੈ। जी अस्सलाम वालेकुम। उर्दू क्रॉनिकल के साथ मैं हूं शहजाद जावेद। 2 अगस्त 2023 को एक FIR दर्ज होती है जिसमें कुछ 3 से 4 दफ़ात लगाई जाती हैं, जिसमें 302 की भी दफ़ा शामिल होती है। 302 की दफ़ा मतलब कत्ल। जी हाँ, एक ही घर से 2 जनाजे, एक बाप का एक बेटे का। वाक़या क्या हुआ, वजह क्या बनी, हम लोग इस वक्त मौजूद हैं वाल्टन के एरिए में और हमारे साथ उनकी बेगम मौजूद हैं जो मकतूल हैं और जो दूसरे मकतूल हैं उनकी वालदा मौजूद हैं। उन्हीं से जानते हैं कि क्या वजह बनी, क्या वजूहात हुई, इस पीछे इस कत्ल के पीछे कौन लोग हैं, पुलिस क्या कर रही है और अब तक की वो जितनी भी इसके ख़िलाफ़ जो इन्वेस्टिगेशन हुई है क्या वो उससे मुतमईन नज़र आती हैं या नहीं। अस्सलाम वालेकुम। ਵਾਲੇਕੁਮ 2 ਤਰੀਕ ਨੂੰ ਇਹ ਵਾਕਿਆ ਪੇਸ਼ ਹੁੰਦਾ ਹੈ। ਵਜ੍ਹਾ ਕੀ ਸੀ, ਕਿਉਂ, ਕੌਣ ਲੋਕ ਸੀ ਤੇ ਕੀ ਵਜੂਹਾਤ ਬਣੀਆਂ, ਕਿਵੇਂ ਵਾਕਿਆ ਪੇਸ਼ ਆਇਆ? ਵਜ੍ਹਾ ਇਹ ਹੈ ਕਿ 2.5 ਸਾਲ ਪਹਿਲੇ ਮੇਰਾ ਬੇਟਾ, ਮੇਰਾ ਮੀਆਂ, ਮੈਂ, ਮੇਰੀ ਮਸ਼ੀਰਾ, ਮੇਰਾ ਭਾਂਜਾ, ਅਸੀਂ ਆਪਣੀ ਬੇਟੀ ਦੇ ਘਰ ਗਏ ਬੇਟੀ ਨੂੰ ਮਿਲਣ ਵਾਸਤੇ। ਜਦੋਂ ਮਿਲਣ ਵਾਸਤੇ ਗਿਆ ਤੇ ਬੜਾ ਸੋਹਣਾ ਸਿਸਟਮ ਜੋ ਵੀ ਹੈ ਸੀ, ਕੋਈ ਨਹੀਂ ਚਾਹ ਪਾਣੀ ਹੋਇਆ। ਜਦੋਂ ਉੱਠ ਕੇ ਆਉਣ ਲੱਗਿਆ ਤੇ ਉਹ ਜਿਹੜਾ ਮੇਰਾ ਜਵਾਈ ਸੀ ਉਹਨੇ ਬਦਤਮੀਜ਼ੀ ਸ਼ੁਰੂ ਕਰ ਦਿੱਤੀ ਹੈ। ਜਿਹੜਾ ਮੇਰਾ ਜਵਾਈ ਦੇ ਭਾਈ ਸਨ ਉਹਨਾਂ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਤੁਸੀਂ ਸਾਡੇ ਘਰ ਕੀ ਲੈਣ ਆਇਓ? ਤੁਹਾਨੂੰ ਕਿੰਨੇ ਬੁਲਾਇਆ ਸਾਡੇ ਘਰ? ਤੁਸੀਂ ਕਿਉਂ ਹੀ ਆਏ ਹੋ? ਨਦੀਮ ਕਹਿੰਦਾ ਹੈ। ਗੱਡੀਆਂ ਗਾਲਾਂ ਕੱਢਣਾ ਸ਼ੁਰੂ ਹੋ ਗਿਆ। ਨਈਮ ਤੁਸੀਂ ਸਾਡੇ ਘਰ ਕੀ ਲੈਣ ਆਏ? ਮੇਰੇ ਬੇਟੇ ਨੇ ਕਿਹਾ, ਛੋਟੇ ਨੇ ਜੋ ਮੁਸੱਵਰ ਫਿਲਹਾਲ ਜੇਲ੍ਹ में है 2.5 ਸਾਲ ਤੋਂ। ਉਹਨੇ ਕਿਹਾ ਮੇਰੀ ਭੈਣ ਦਾ ਘਰ ਹੈ ਤੇ ਮੈਂ ਆਪਣੀ ਭੈਣ ਨੂੰ ਮਿਲਣ ਆਇਆ। ਉਹਨੇ ਕਿਹਾ ਚੁੱਕ ਭੈਣ ਵੀ ਤੇ ਨਿਕਲ ਜਾ ਇੱਥੋਂ। ਐਡੀਆਂ ਗੰਦੀਆਂ ਗਾਲਾਂ ਕੱਢੀਆਂ ਨੇ। ਕੁਛ ਨਹੀਂ ਹੈ, ਥੋੜ੍ਹੀ ਦੇਰ ਨੂੰ ਉਹਨੂੰ ਗਿਲੇਵਾਨ ਤੋਂ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਸਾਹਮਣੇ ਹੋਈਆਂ, ਮੈਨੂੰ ਬਾਲਾਂ ਤੋਂ ਫੜ ਕੇ ਜ਼ਮੀਨ ਤੇ ਮੈਨੂੰ ਘਸੀਟਿਆ ਨਦੀਮ ਨੇ ਔਰ ਨਈਮ ਨੇ, ਸਗੀਰ ਨੇ, ਪੱਪੇ ਜਿਹੜਾ ਹੈ ਨਵੀਦ ਨੇ, ਸਭ ਨੇ, ਉਹਨਾਂ ਦੇ ਬੱਚੇ ਵੀ ਸਨ। ਉਹਨਾਂ ਨੇ ਗੇਟ ਨੂੰ ਤਾਲਾ ਲਾ ਲਿਆ। ਤਾਲਾ ਲਾਣੇ ਤੋਂ ਬਾਅਦ ਕੋਈ ਸਮਝ ਨਹੀਂ ਆਈ ਉੱਥੇ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਉਹ ਜਿਹੜਾ ਮਰਨ ਵਾਲਾ ਸੀ ਉਹਨੂੰ ਇਹਨਾਂ ਨੇ ਫੋਨ ਕਰਕੇ ਸੱਦਿਆ। ਉਹਨੂੰ ਫੋਨ ਕਰਕੇ ਸੱਦਿਆ ਤੇ ਅੱਲਾ ਆਲਮ ਹੈ ਕਿੰਨੇ ਛੁਰੀਆਂ ਨੂੰ ਮਾਰੀਆਂ ਨੇ। ਨਦੀਮ ਨੇ ਮਾਰੀਆਂ ਨੇ, ਇਹੋ ਹੀ ਸਨ, ਇਹਨਾਂ ਨੇ ਹੀ ਮਾਰੀਆਂ ਨੇ। ਤੇ ਝੂਠਾ ਇਲਜ਼ਾਮ ਮੇਰੇ ਪੁੱਤਰ ਤੇ ਲਾ ਕੇ ਤੇ ਸਾਨੂੰ ਸਭ ਨੂੰ, ਜਿੰਨੇ ਅਸੀਂ ਉਹਨਾਂ ਦੇ ਘਰ ਗਏ ਦੇ ਸੀ, ਸਾਨੂੰ ਸਭ ਨੂੰ ਜੇਲ੍ਹ ਭੇਜ ਦਿੱਤਾ ਹੈ। ਹੁਣ ਮੇਰਾ ਮੀਆਂ ਤੇ ਮੇਰਾ ਬੇਟਾ ਉਹ ਜ਼ਮਾਨਤ ਤੇ ਸੀ। ਇਹਨਾਂ ਨੇ 2.5 ਸਾਲਾਂ ਦੇ ਬਾਅਦ ਵਸਾ ਕੇ ਆ ਕੇ ਫਾਇਰਿੰਗ ਕਰਕੇ ਮਾਰ ਦਿੱਤਾ ਉਹਨਾਂ ਨੂੰ। ਮੇਰੇ ਮੀਆਂ ਨੂੰ ਵੀ ਮੇਰੇ ਬੇਟੇ ਨੂੰ ਵੀ ਕੰਮ ਕਰਦਿਆਂ 'ਚ, ਕੰਮ ਦੇ ਸਿਲਸਿਲੇ 'ਚ ਉੱਥੇ ਬੈਠੇ ਸੀ, ਉੱਥੇ ਹੀ ਚੇਅਰ 'ਤੇ ਕਿਸੇ ਦਾ ਹਿਸਾਬ ਕਿਤਾਬ ਕਰਦਾ ਪਿਆ ਸੀ। ਉੱਥੇ ਇੰਨੇ ਕੁ ਫੈਰ ਮਾਰੇ ਨੇ ਕਿ ਸੋਚ ਹੀ ਨਹੀਂ ਹੈ। ਪੈਰਾਂ 'ਤੇ ਹੀ ਦੋਨੇ ਖਤਮ ਹੋ ਗਏ ਨੇ, ਪੈਰਾਂ 'ਤੇ ਹੀ ਦੋਨੇ ਖਤਮ ਹੋ ਗਏ। ਜਿਹੜਾ ਵਾਕਿਆ ਹੈ ਬੇਸਿਕਲੀ ਘਰੇਲੂ ਨਾਚਾਕੀ ਦਾ ਵਾਕਿਆ ਨਜ਼ਰ ਆ ਰਿਹਾ ਹੈ ਕਿ ਉਹ ਤੁਹਾਡੀ ਬੇਟੀ 'ਤੇ ਮਾਰਦੇ ਸੀ। ਕੋਈ ਇਹੋ ਜਿਹਾ ਵਾਕਿਆ ਵੀ ਹੈ? ਬੇਟੀ ਨੂੰ ਮਾਰਦੇ ਸੀ ਮਗਰ ਸਾਡੇ ਜ਼ੇਨ 'ਚ ਸੋਚ ਵੀ ਨਹੀਂ ਸੀ ਸਾਡੀ ਬੇਟੀ ਪਰਦੇ ਰੱਖਦੀ ਸੀ। ਅਸੀਂ ਤੇ ਮੁਤਮਿਨ ਸੀ ਕਿ ਠੀਕ ਹੈ ਬੇਟੀ ਸਾਡੀ ਸਹੀ ਕਹਿੰਦੀ ਹੋਣੀ ਹੈ, ਮਗਰ ਉਹ ਆਪਣਾ ਘਰ ਬਚਾਉਣ ਦੀ ਖਾਤਰ ਕਿ ਮੇਰੇ ਬੱਚੇ ਨੇ, ਮੇਰਾ ਘਰ ਨਾ ਖਰਾਬ ਹੋਏ,
ਮਗਰ ਉਹ ਪਹਿਲੇ ਉਹਨੂੰ ਮਾਰਿਆ ਆ, ਆਪਣੇ ਭਰਾ ਨੂੰ ਮਾਰਿਆ, ਉਸ ਤੋਂ ਬਾਅਦ ਆ ਕੇ ਮੇਰੇ ਮੀਆਂ ਨੂੰ, ਮੇਰੇ ਬੇਟੇ ਨੂੰ ਵੀ ਮਾਰ ਗਏ ਨੇ। ਉਹ ਉਹਨਾਂ ਨੇ ਦਿਲ ਵਿੱਚ ਰੱਖੀ ਦੀ ਸੀ ਕਿ ਸਾਡੇ ਦਾ ਇਹ ਵੀ ਛੁੱਟ ਕੇ ਆ ਗਏ ਨੇ ਤੇ ਉਹ ਜਿਹੜਾ ਰਹਿ ਗਿਆ ਉਹਨੇ ਵੀ ਆ ਜਾਣਾ, ਤੇ ਜੇ ਉਹ ਆ ਗਿਆ ਤੇ ਬੇਗੁਨਾਹ ਅਸੀਂ ਉਹਨੂੰ ਅੰਦਰ ਰੱਖੇ ਦਾ ਤੇ ਸਾਡੇ ਨਾਲ ਕੋਈ ਮਸਲਾ ਨਾ ਕੋਈ ਆ ਜਾਏ। ਮਗਰ ਉਹਨਾਂ ਮਾਸੂਮ ਸੀ, ਬੱਚਾ ਸੀ ਉਹਨੂੰ, ਤੇ ਅਸੀਂ ਬਥੇਰਾ, ਸਾਡੀ ਸੋਚ ਵੀ ਨਹੀਂ ਸੀ ਇੰਜ ਦੀ ਕਿ ਨਾ ਹੀ ਮੇਰੇ ਬੱਚੇ ਦੀ ਸੀ। ਆਪਣੀ ਮਾਂ ਜੋ ਕੁਝ ਹੋ ਗਿਆ ਕੋਈ ਗੱਲ ਨਹੀਂ ਹੈ, ਸਾਡੇ ਆਪਣੇ ਨੇ, ਗੈਰ ਨਹੀਂ ਹੈ, ਮੇਰੇ ਮੀਆਂ ਦੇ ਮਾਮੇ ਦੇ ਪੁੱਤਰ ਨੇ, ਮੇਰੀ ਬੇਟੀ ਦੇ ਜੇਠ ਨੇ। ਤੇ ਜਿਸ ਦਿਨ ਇਹ ਵਾਕਿਆ ਪੇਸ਼ ਆਇਆ ਦੁਕਾਨ ਤੇ, ਤੁਹਾਡਾ ਬੇਟਾ ਤੇ ਤੁਹਾਡੇ ਹਸਬੈਂਡ ਦੁਕਾਨ ਤੇ, ਸ਼ੋਹਰ ਤੁਹਾਡੇ ਦੁਕਾਨ ਤੇ ਸੀ, ਉਸ ਤੋਂ ਪਹਿਲੇ ਕੋਈ ਇਹਨਾਂ ਵੱਲੋਂ ਕੋਈ ਫੋਨ, ਕੋਈ ਐਵੇਂ ਦਾ ਕੋਈ ਵਾਕਿਆ? ਕੀ ਨਹੀਂ ਹੈ, ਕੋਈ ਕੁਛ ਨਹੀਂ ਹੈ, ਬਸ ਚੁੱਪ ਸੀ, ਚੁੱਪ ਜਿਹੜਾ ਨਾ ਚੁੱਪ ਚੀ, ਬਸ ਉਂਝ ਲੋਕਾਂ ਨੂੰ ਇਹ ਕਹਿੰਦੇ ਸੀ ਅਸੀਂ ਬਦਲਾ ਲੈਣਾ, ਅਸੀਂ ਬਦਲਾ ਲੈਣਾ। ਅਸੀਂ ਆਖਿਆ ਕੀ ਬਦਲਾ ਲੈਣਾ, ਆਪਣੇ ਨੇ, ਉਹਨਾਂ ਨੂੰ ਹਰ ਚੀਜ਼ ਦਾ ਹੀ ਪਤਾ ਹੈ। ਮਗਰ ਨਹੀਂ, ਉਹ ਵਸਾ ਕੇ ਪਏ ਨੇ, ਉਹ ਵਸਾ ਕੇ ਪਏ ਨੇ। ਇੱਥੇ ਫੈਨ ਸਟੋਰ ਦੇ ਕੋਲ ਆ ਕੇ ਸਾਰਾ ਗਰੁੱਪ ਇਕੱਠਾ ਹੋਏ ਦਾ ਸੀ, ਵੀਡੀਓ ਸਾਰੀਆਂ ਕਢਾਈਆਂ ਨੇ ਅਸੀਂ ਆਪਣੇ ਤੌਰ ਤੇ। ਸਾਡਾ ਪੁਲਿਸ ਕੁਛ ਨਹੀਂ ਕਰਦੀ ਪਈ, ਨਹੀਂ ਤਾਂ ਪੁਲਿਸ ਨੇ ਮੇਰਾ ਅੱਜ ਤੱਕ, ਅੱਜ 12 ਦਿਨ 13 ਦਿਨ ਹੋ ਗਏ ਨੇ ਅੱਜ, ਮੇਰੇ ਕੋਈ ਵੀ ਬੇੜੇ ਨਹੀਂ ਆਇਆ, ਮੇਰਾ ਕੋਈ ਵੀ ਕੰਮ ਨਹੀਂ ਹੋ ਰਿਹਾ, ਮੇਰਾ ਕੋਈ ਵੀ ਸੁਣਦਾ ਨਹੀਂ ਪਿਆ। ਮੇਰੀ ਜਿਹੜੀ ਹੈ ਨਾ ਅਪੀਲ ਹੈ CCP ਲਾਹੌਰ ਅੱਗੇ, IG ਪੰਜਾਬ ਦੇ ਅੱਗੇ, ਮਰੀਮ ਨਮਾਜ਼ ਦੇ ਅੱਗੇ, ਹਮਜ਼ਾ ਸ਼ਬਾਜ ਦੇ ਅੱਗੇ, ਸਭ ਜਿੰਨੇ ਵੀ ਹੁਕਮਰਾਨ ਨੇ, ਜਿੰਨੇ ਵੀ ਹੈ ਨੇ ਵੱਡੇ ਲੋਕ, ਮੇਰੀ ਸਭ ਦੇ ਅੱਗੇ ਅਪੀਲ ਹੈ ਕਿ ਮੇਰੀ ਸੁਣੀ ਜਾਏ, ਮੈਨੂੰ ਇਨਸਾਫ ਦਿਲਾਇਆ ਜਾਏ, ਮੇਰੇ ਗਮ 'ਚ ਸ਼ਰੀਕ ਹੋਣ, ਮੈਨੂੰ ਵੀ ਆ ਕੇ ਕੋਈ ਲੱਭੇ ਕਿ ਮੈਂ ਵੀ ਪਾਕਿਸਤਾਨੀ ਸ਼ਹਿਰੀ ਹਾਂ, ਮੇਰਾ ਵੀ ਕੋਈ ਇਨਸਾਫ, ਮੈਨੂੰ ਕੋਈ ਮੇਰੇ ਪਿੱਛੇ ਨਹੀਂ ਹੈ, ਮੈਂ ਇਕੱਲੀ ਔਰਤ ਹਾਂ। ਮੇਰੀਆਂ 2 ਬੇਟੀਆਂ ਨੇ, ਇੱਕ ਮੇਰਾ ਬੇਟਾ ਅੱਗੇ 2.5 ਸਾਲਾਂ ਤੋਂ ਜੇਲ੍ਹ 'ਚ ਹੈ, ਲਿਹਾਜ਼ਾ ਮੈਨੂੰ ਧਮਕੀਆਂ ਮਿਲਦੀਆਂ ਪਈਆਂ ਨੇ। ਮੈਨੂੰ ਇਹੀ ਮੈਂ ਪੁੱਛਣਾ ਚਾਹ ਰਿਹਾ, ਜਦੋਂ ਤੁਸੀਂ FIR ਕਰਵਾਈ ਉਸ ਤੋਂ ਬਾਅਦ ਦੂਜੀ ਪਾਰਟੀ ਵੱਲੋਂ ਕੋਈ ਧਮਕੀਆਂ, ਕੋਈ ਧਮਕੀਆਂ ਆ ਰਹੀਆਂ ਨੇ, ਧਮਕੀਆਂ ਮੇਰੇ ਘਰ ਦੇ ਆਲੇ ਦੁਆਲੇ ਘੁੰਮਦੇ ਨੇ, ਉਹ ਬਾਈਕਾਂ ਲੈ ਕੇ ਆ ਰਹੀਆਂ ਨੇ ਸਾਰੇ ਪਾਸੇ। ਹੁਣ ਇਹੀ ਕਹਿੰਦੇ ਨੇ ਕਿ ਅਸੀਂ 2 ਮਾਰ ਕੇ ਜ਼ਮਾਨਤਾਂ ਕਰਾ ਲਈਆਂ ਨੇ ਤੇ ਅਸੀਂ 2 ਰਹਿ ਗਏ ਨੇ, ਅਸੀਂ ਇਹ ਵੀ ਮਾਰਨੇ ਨੇ ਤੇ ਅਸੀਂ ਜ਼ਮਾਨਤਾਂ ਕਰਾ ਲੈਣੀਆਂ ਨੇ। ਉਹਨਾਂ ਨੇ ਇੰਨਾ ਕੁ ਪੈਸਾ ਪੁਲਿਸ ਦੇ ਅੱਗੇ ਸੁੱਟਿਆ, ਇੰਨਾ ਕੁ ਪੈਸਾ ਉਹਨਾਂ ਨੇ ਹਰ ਪਾਸੇ ਲਾਇਆ। ਉਹਨਾਂ ਨੇ ਟੈਰਮਾਂ ਪਹਿਲੇ ਹੀ ਕਰਾ ਕੇ ਬੋਝੇ 'ਚ ਪਾਈ ਦੀਆਂ ਸੀ, ਉਹਨਾਂ ਨੇ ਪਹਿਲੇ ਹੀ ਟੈਰਮਾਂ ਕਰਾ ਕੇ ਬੋਝੇ 'ਚ ਪਾਈ ਦੀਆਂ ਸੀ। ਹੁਣ ਫਿਰ ਉਹਨਾਂ ਨੇ 17 ਤਰੀਕ ਤੱਕ ਟੈਰਮਾਂ ਕਰਾ ਲਈਆਂ ਨੇ ਤੇ ਉਹ ਕਹਿੰਦੇ ਨੇ ਕਿ ਸਾਡੇ ਅੱਗੇ ਕੋਈ ਨਹੀਂ ਹੈ, ਮਾਮੂਲੀ ਕੰਮ ਹੈ ਸਾਡਾ। ਅਦਾਲਤ 'ਚ ਪੇਸ਼ ਹੁੰਦੇ ਹੋ, ਆਮਨਾ ਸਾਹਮਣਾ ਹੁੰਦਾ ਤੁਹਾਡਾ? ਨਹੀਂ, ਮੈਂ ਨਹੀਂ ਅਜੇ ਤੱਕ ਗਈ ਅਦਾਲਤ 'ਚ, ਮੈਨੂੰ ਖਤਰਾ ਸੀ, ਮੈਂ ਨਹੀਂ ਗਈ, ਮੈਨੂੰ ਖਤਰਾ ਸੀ। ਮੈਂ ਪਿਛਲੀ 5 ਤੱਕ ਹੀ ਪਤਾ ਨਹੀਂ ਕਿਹੜੀ ਤਰੀਕ ਮੇਰੇ ਜ਼ਿਹਨ 'ਚੋਂ ਨਿਕਲ ਗਈ ਹੈ ਤੇ ਮੈਂ ਨਹੀਂ ਉਸ ਤਰੀਕ ਤੇ ਜਾ ਸਕੀ। ਮੈਂ ਕਿਸ ਤਰ੍ਹਾਂ ਜਾਣਾ ਸੀ, ਮੈਨੂੰ ਲਿਜਾਣ ਵਾਲੇ ਚਲੇ ਗਏ ਨੇ, ਮੇਰੇ ਪਿੱਛੋਂ ਕਮਾਉਣ ਵਾਲੇ ਚਲੇ ਗਏ ਨੇ, ਮੇਰਾ ਘਰ ਖਾਲੀ ਕਰ ਗਏ ਨੇ, ਮੇਰਾ ਕਾਰੋਬਾਰ ਤਬਾਹ ਕਰ ਗਏ ਨੇ। ਮੇਰਾ ਮੀਆਂ ਆਰਮੀ ਦਾ ਮੁਲਾਜ਼ਮ ਸੀ, ਕੋਈ ਵੀ ਨਹੀਂ ਮੇਰਾ ਜੋ ਹੈ ਨਾ ਮਦਦ ਕਰਦਾ ਪਿਆ, ਕੋਈ ਵੀ ਮੇਰਾ ਅਹਿਸਾਸ ਨਹੀਂ ਇਸ ਚੀਜ਼ ਤੇ ਕਰਦਾ ਪਿਆ ਕਿ ਇਕੱਲੀ ਔਰਤ ਹੈ, ਇਹਨੂੰ ਇਨਸਾਫ ਦਿੱਤਾ ਜਾਏ। ਮੈਨੂੰ ਕੋਈ ਇਨਸਾਫ ਨਹੀਂ ਦਿੱਤਾ, ਮੈਨੂੰ ਕੋਈ ਵੀ ਇਨਸਾਫ ਨਹੀਂ ਅਜੇ ਤੱਕ ਮਿਲਿਆ। ਮੇਰੇ ਮੁਲਜ਼ਮ ਅਜੇ ਬਾਹਰ, ਮੇਰੇ ਕਾਤਲ ਬਾਹਰ ਘੁੰਮਦੇ ਪਏ ਨੇ, ਅਜੇ ਤੱਕ ਕੋਈ ਨਹੀਂ ਫੜਿਆ ਉਹਨਾਂ ਨੇ। ਉਹ ਇੱਕ ਨਈਮ ਹੈ, ਇੱਕ ਬੱਚਾ ਉਹਨਾਂ ਦਾ ਭਤੀਜਾ ਹੈ, ਉਹ ਪਰਚੇ 'ਚ ਨਹੀਂ ਹੈ। ਉਹਨੂੰ ਜਿਹੜਾ ਹੈ ਨਾ ਨਈਮ ਨੂੰ, ਉਹਨੇ ਖੁਦ ਜਿਹੜੀ ਹੈ ਗ੍ਰਿਫਤਾਰੀ ਦਿੱਤੀ ਹੈ, ਪੁਲਿਸ ਨੇ ਨਹੀਂ ਫੜਿਆ, ਪੁਲਿਸ ਨੇ ਨਹੀਂ ਫੜਿਆ ਉਹਨੂੰ, ਪੁਲਿਸ ਨੇ ਨਹੀਂ ਫੜਿਆ, ਉਹ ਖੁਦ ਗ੍ਰਿਫਤਾਰੀ ਦਿੱਤੀ ਹੈ ਉਹਨਾਂ ਨੇ। ਜਿਹੜਾ ਮੇਰਾ ਤਫਸ਼ੀਸ਼ੀ ਹੈ, ਜਿਹੜੇ ਮੇਰੇ ਵੱਡੇ ਨੇ, ਜਿਹੜੇ ਪੁਲਿਸ ਤੁਹਾਨੂੰ ਇਸ ਮਾਮਲੇ 'ਚ ਕੁਝ ਕਹਿ ਰਹੀ ਹੈ ਕਿ ਪੁਲਿਸ ਨੇ ਕੋਈ ਦਬਾਅ ਦਿੱਤਾ ਹੈ ਕਿ ਤੁਸੀਂ ਸੁਲ੍ਹਾ ਕਰ ਲਓ ਜਾਂ ਇਸ ਵਾਲੇ ਮਾਮਲੇ 'ਤੇ? ਨਹੀਂ, ਮੈਨੂੰ ਸੁਲ੍ਹਾ ਦਾ ਕੋਈ ਦਬਾਅ ਨਹੀਂ ਦਿੱਤਾ। ਮੈਨੂੰ ਬਸ ਇਹੀ ਕਹਿੰਦੇ ਨੇ, ਬੀਬੀ ਤੈਨੂੰ ਕੀ ਪਤਾ ਇਸ ਕੰਮ ਦਾ, ਅਸੀਂ ਕੰਮ ਸਾਡਾ ਹੈ, ਅਸੀਂ ਕਰਦੇ ਪਏ ਹਾਂ। ਮੈਨੂੰ ਕੁਛ ਵੀ ਨਹੀਂ, ਮੈਂ ਵੀਡੀਓ ਮੰਗਣੀ ਉਹਨਾਂ ਕੋਲੋਂ, ਮੈਨੂੰ ਵੀਡੀਓ ਨਹੀਂ ਦਿੱਤੀ। ਜੇ ਮੈਂ ਕੋਈ ਵੀ ਚੀਜ਼ ਮੰਗਣੀ ਆ, ਮੈਨੂੰ ਕੁਛ ਨਹੀਂ ਉਹ ਦਿੰਦੇ, ਮੇਰਾ ਕੁਛ ਨਹੀਂ ਕਰਦੇ। ਵੀ ਕਹਿੰਦੇ ਬੀਬੀ ਇਹ ਸਾਡਾ ਕੰਮ ਹੈ, ਅਸੀਂ ਕਰਦੇ ਪਏ ਹਾਂ, ਰੱਬ ਜਾਣਦਾ ਜੀ ਤੁਸੀਂ ਕੀ ਕਰਦੇ ਪਏ ਹੋ। ਮੈਂ ਕੀ ਕਹਿ ਸਕਦੀ ਹਾਂ ਜਦੋਂ ਮੈਨੂੰ ਕੁਛ ਦੱਸਿਆ ਨਹੀਂ ਹੁਣ ਤੱਕ, ਕੋਈ ਗੱਲ ਮੇਰੇ ਨਾਲ ਕੀਤੀ ਨਹੀਂ ਆ, ਕੋਈ ਮੇਰੇ ਸਾਹਮਣੇ ਨਹੀਂ ਆਇਆ। ਜਦੋਂ ਮੇਰੇ ਮੁਲਜ਼ਮ ਨਹੀਂ ਅਜੇ ਤੱਕ ਕਾਤਲ ਤੁਸੀਂ ਫੜ ਸਕੇ, ਹੋਰ ਕੀ ਕਰਨਾ ਸੀ ਤੁਸੀਂ? ਕੁਛ ਵੀ ਨਹੀਂ ਮੇਰਾ ਅਜੇ ਤੱਕ ਕੀਤਾ। ਮੇਰੀ ਅਪੀਲ ਹੈ CCP ਲਾਹੌਰ ਅੱਗੇ, IG ਪੰਜਾਬ ਦੇ ਅੱਗੇ, ਮਰੀਮ ਨਮਾਜ਼ ਦੇ ਅੱਗੇ, ਹਮਜ਼ਾ ਸ਼ਬਾਜ ਦੇ ਅੱਗੇ,
ਸ਼ਬਾਜ਼ ਸ਼ਰੀਫ ਦੇ ਅੱਗੇ, ਸਭ ਦੇ ਹੁਕਮਰਾਨਾਂ ਦੀ, ਵਜ਼ੀਰ ਆਲਾ ਦੇ ਅੱਗੇ ਮੇਰੀ ਅਪੀਲ ਹੈ ਕਿ ਮੈਨੂੰ ਇਨਸਾਫ ਦਿਲਾਇਆ ਜਾਏ। ਮੇਰੇ ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਕੈਫਰੇ ਕਰਦਾਰ ਤੱਕ ਪਹੁੰਚਾਇਆ ਜਾਏ, ਕਿਉਂਕਿ ਮੇਰਾ ਕੋਈ ਨਹੀਂ ਹੈ। ਜਿਹੜੇ ਮੇਰੇ ਪਿੱਛੇ ਕਮਾਉਣ ਵਾਲੇ ਸੀ, ਮੇਰੇ ਪਿੱਛੇ ਜਾਣ ਵਾਲੇ ਸੀ, ਉਹ ਸਾਰੇ ਖ਼ਤਮ ਕਰ ਗਏ ਨੇ, ਹਰ ਚੀਜ਼ ਮੇਰੀ ਖ਼ਤਮ ਕਰ ਗਏ ਨੇ। ਲਿਹਾਜ਼ਾ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜਿਹੜੇ ਮੇਰੇ 2 ਨਵਾਸੇ ਨੇ ਉਹਨਾਂ ਦੇ ਬੇਟੇ ਦੇ ਬੇਟੇ ਨੇ, ਜਿਹੜੇ ਮੇਰੇ ਨਵਾਸੇ ਨੇ, ਮੇਰੀ ਬੇਟੀ ਦੇ ਬੇਟੇ, ਉਹਨਾਂ ਨੂੰ ਵੀ ਧਮਕੀਆਂ। ਮੇਰੇ ਬੱਚੇ ਨੇ, ਛੋਟਾ ਇੱਕ 5 ਸਾਲ ਦਾ, ਇੱਕ 4 ਸਾਲ ਦਾ, ਉਹ ਕਹਿੰਦੇ ਨੇ ਅਸੀਂ ਇਹ ਵੀ ਕਤਲ ਕਰ ਦੇਣੇ ਨੇ, ਅਸੀਂ ਮਾਂ ਵੀ ਨਹੀਂ ਰਹਿਣ ਦੇਣੀ, ਅਸੀਂ ਬੱਚੇ ਵੀ ਨਹੀਂ ਰਹਿਣ ਦੇਣੇ। ਏਡੀ ਨਾਪਸੰਦ ਕਰਨ ਦੀ ਕੀ ਵਜ੍ਹਾ ਤੁਹਾਨੂੰ ਕੁਛ ਨਜ਼ਰ ਆਈ? ਬੇਟੀ ਵੀ ਆਖਿਰ ਤੁਹਾਡੇ ਕੋਲ ਮੌਜੂਦ ਹੈ, ਬੇਟੀ ਦੇ ਨਾਲ ਵੀ ਤੁਹਾਡੀ ਗੱਲ ਹੋਈ ਹੋਏਗੀ। ਇਹ ਸਾਰੀ ਨਚਾਕੀ, ਇਹ ਸਾਰੀ ਨਾਪਸੰਦੀਦਗੀ, ਏਡਾ ਗੁੱਸਾ, ਕੀ ਵਜ੍ਹਾ ਕੀ ਸਮਝ ਆਂਦੀ, ਕਿਉਂ ਹੋ ਸਕਦਾ ਹੈ, ਕੀ ਵਜ੍ਹਾ ਬਣੀ? ਵਜ੍ਹਾ ਇਹ ਹੈ ਕਿ ਉਹ ਜਿਹੜਾ ਲੈਦਾ ਸੀ ਨਾ, ਉਹ ਆਪਣਾ ਹਿੱਸਾ ਮੰਗਦਾ ਸੀ। ਇਹ 4 ਭਰਾ ਸੀ, ਇਹਨਾਂ ਦਾ ਜਾਇਦਾਦ ਦਾ ਤਨਾਜ਼ਾ ਸੀ। ਸਾਨੂੰ ਵਿੱਚ ਇਹਨਾਂ ਨੇ ਜਿਹੜਾ ਨਾ ਮੁਲਵਸ ਕੀਤਾ ਹੈ। ਇਹਨਾਂ ਨੇ ਜਾਇਦਾਦ ਦੀ ਵਜ੍ਹਾ ਤੋਂ ਪਹਿਲੇ ਆਪਣੇ ਭਰਾ ਨੂੰ ਕਤਲ ਕੀਤਾ ਗਿਆ ਹੈ। ਫਿਰ ਉਹਨਾਂ ਦੇ ਬੱਚੇ ਨੇ ਨਾ, ਉਹਨਾਂ ਦੇ ਸਾਹਮਣੇ ਸੱਚਾ ਹੋਣ ਵਾਸਤੇ ਸਾਨੂੰ ਜੁਰਮਦਾਰ ਠਹਿਰਾਇਆ। ਅੱਜ ਉਹਨਾਂ ਨੂੰ ਨਾਲ ਲੈ ਕੇ ਆ ਕੇ ਮਾਰ ਕੇ ਚਲੇ ਗਏ ਨੇ ਕਿ ਅਸੀਂ ਤੁਹਾਡੇ ਪਿਓ ਦਾ ਬਦਲਾ ਲੈ ਲਿਆ। ਬੱਚੇ ਵੀ ਨਾਲ ਸਨ, ਆਪ ਵੀ 4 ਭਾਈ ਨਾਲ ਸਨ। ਸਾਰਾ ਪੂਰਾ ਕੀ ਕਹਿੰਦੇ ਨੇ, ਸੁਪਰ ਟਾਊਨ ਦੇ ਵਿੱਚ ਪੂਰੀ ਦਹਿਸ਼ਤ ਫੈਲਾਈ ਆ ਉਹਨਾਂ ਨੇ। ਮੋਟਰਸਾਈਕਲਾਂ, ਇੱਧਰ ਫੈਰਨ ਕਾਰ, ਇੱਧਰ ਕਾਰ, ਦੁਨੀਆ ਸਾਰੀ ਸੁਪਰ ਟਾਊਨ ਦੀ ਸਹਿਮ ਕੇ ਅੰਦਰਾਂ 'ਚ ਵੜ ਗਈ ਹੈ। ਕੋਈ ਲਾਗੇ ਨਹੀਂ ਆਇਆ, ਕੋਈ ਕੋਲ ਨਹੀਂ ਆਇਆ। ਇੰਨੀ ਕੁ ਉਹਨਾਂ ਨੇ ਫੈਰਿੰਗ ਕੀਤੀ ਹੈ। ਉਹ ਆਪਣੇ ਭਤੀਜਿਆਂ ਦੀਆਂ ਨਜ਼ਰਾਂ ਦੇ ਵਿੱਚ ਸੱਚੇ ਹੋਣ ਵਾਸਤੇ कत्ल कीते, मेरे 2 कत्ल कीते ने। नाजरीन, जो एक जायदाद का तनाज़ा था वो इतनी शिद्दत इख्तियार कर गया कि 2 ख़ानदानों में एक ऐसा वाक़या पेश आया जिससे एक हंसता बसता घर जो है वो सारी ज़िंदगी के लिए उजड़ गया और कोई कमाने वाला नहीं रहा। और कहा यह जा रहा है कि जो छोटे बच्चे हैं, जिसकी एक की उम्र 5 साल है, उसको भी हम नहीं छोड़ेंगे। तो इनकी पंजाब के वज़ीर आला मोहसिन नकवी साहब से अपील है कि इनको इंसाफ़ दिलवाया जाए। हमारी भी यही अपील है कि जहाँ तक मुमकिन है इनको इंसाफ़ दिलवाया जाए। और इसी के साथ मुझे दीजिए इजाज़त। अल्लाह हाफ़िज़।